प्यारे बच्चों 8वीं श्रेणी ਲਈ ਸਮਾਜਿਕ ਸਿੱਖਿਆ ਵਿਸ਼ੇ ਦਾ ਅਸੀਂ 10ਵਾਂ ਪਾਠ ਕਰ ਰਹੇ ਹਾਂ। ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਇਸ ਪਾਠ ਨੂੰ ਆਪਾਂ 5 ਭਾਗਾਂ ਵਿੱਚ ਵੰਡਿਆ ਸੀ। ਅੱਜ ਅਸੀਂ ਇਸ ਦਾ ਆਖਰੀ ਭਾਗ ਕਰ ਰਹੇ ਹਾਂ, ਅੰਗਰੇਜ਼ੀ ਸਾਮਰਾਜ ਦਾ ਵਿਸਥਾਰ। ਸੋ ਆਓ ਸ਼ੁਰੂ ਕਰੀਏ ਇਸ ਭਾਗ ਨੂੰ। ਭਾਰਤ ਵਿੱਚ ਮੁਗਲ ਸਾਮਰਾਜ ਦੀ ਸਥਾਪਨਾ ਬਾਬਰ ਨੇ ਕੀਤੀ। ਇੱਕ ਛੋਟਾ ਜਿਹਾ ਸਾਮਰਾਜ ਸਥਾਪਿਤ ਕੀਤਾ ਅਤੇ ਉਸ ਤੋਂ ਬਾਅਦ ਉਸ ਨੂੰ ਵੱਡਾ ਕੀਤਾ ਉਸਦੇ ਪੋਤੇ ਅਕਬਰ ਨੇ। ਉਸ ਸਾਮਰਾਜ ਨੂੰ ਹੋਰ ਵਿਸ਼ਾਲ ਕੀਤਾ ਉਸਦੇ ਪੜਪੋਤੇ ਔਰੰਗਜ਼ੇਬ ਨੇ। ਪਰੰਤੂ ਔਰੰਗਜ਼ੇਬ ਤੋਂ ਬਾਅਦ ਜਿੰਨੇ ਵੀ ਮੁਗਲ ਸ਼ਾਸਕ ਆਏ ਉਹਨਾਂ ਤੋਂ ਵਿਸ਼ਾਲ ਸਾਮਰਾਜ ਨਾ ਸਾਂਭਿਆ ਗਿਆ ਅਤੇ ਉਹ ਛੋਟਾ ਹੁੰਦਾ ਗਿਆ। ਅਖੀਰ ਨੂੰ ਅੰਗਰੇਜ਼ ਭਾਰਤ ਵਿੱਚ ਰਾਜਨੀਤਿਕ ਤੌਰ ਦੇ ਉੱਤੇ ਦਖਲਅੰਦਾਜ਼ੀ ਕਰਦੇ ਹੋਏ ਕਾਬਜ਼ ਹੋ ਜਾਂਦੇ ਹਨ। ਰਾਬਰਟ ਕਲਾਈਵ ਨੂੰ ਭਾਰਤ ਵਿੱਚ ਅੰਗਰੇਜ਼ੀ ਸਾਮਰਾਜ ਦਾ ਮੋਢੀ ਮੰਨਿਆ ਜਾਂਦਾ ਹੈ। ਕਰਨਾਟਕ ਦੀ ਦੂਸਰੀ ਅਤੇ ਤੀਸਰੀ ਲੜਾਈ ਵਿੱਚ ਫਰਾਂਸੀਸੀਆਂ ਨੂੰ ਹਰਾਉਣ ਵਿੱਚ ਉਹ ਕਾਮਯਾਬ ਰਿਹਾ। 1757 ਈਸਵੀ ਵਿੱਚ ਬੰਗਾਲ ਵਿੱਚ ਆਪਣੀ ਮਰਜ਼ੀ ਅਨੁਸਾਰ ਨਵਾਬ ਮੀਰ ਜਾਫਰ ਨੂੰ ਨਿਯੁਕਤ ਕੀਤਾ। ਇੱਛਾ ਅਤੇ ਮਰਜ਼ੀ ਅਨੁਸਾਰ ਹੀ ਉਸ ਤੋਂ ਕੰਮ ਲਏ। 1757 ਤੋਂ 1760 ਤੱਕ ਕਲਾਈਵ ਨੂੰ ਪਹਿਲੀ ਵਾਰ ਬੰਗਾਲ ਦਾ ਗਵਰਨਰ ਬਣਾਇਆ ਗਿਆ। ਇਹਨਾਂ 3 ਸਾਲਾਂ ਵਿੱਚ ਉਸਨੇ ਡੱਚਾਂ ਦੀ ਸ਼ਕਤੀ ਨੂੰ ਬੰਗਾਲ ਵਿੱਚੋਂ ਖਤਮ ਕਰ ਦਿੱਤਾ। ਫਰਾਂਸੀਸੀਆਂ ਦੀ ਸ਼ਕਤੀ ਨੂੰ ਉੱਤਰੀ ਸਰਕਾਰ ਵਿੱਚੋਂ ਖਤਮ ਕਰ ਦਿੱਤਾ। ਉੱਤਰੀ ਸਰਕਾਰ ਕੀ ਹੈ, ਆਓ ਜਰਾ ਅਸੀਂ ਇਸ ਨੂੰ ਨਕਸ਼ੇ ਦੇ ਰਾਹੀਂ ਸਮਝੀਏ। ਉੱਤਰੀ ਸਰਕਾਰ ਮਦਰਾਸ ਦੇ ਉੱਤਰੀ ਭਾਗ ਨੂੰ ਕਿਹਾ ਜਾਂਦਾ ਸੀ। ਇਹ ਜੋ ਤੁਸੀਂ ਨਕਸ਼ਾ ਵੇਖ ਰਹੇ ਹੋ ਇਸ ਦੇ ਵਿੱਚ ਮਦਰਾਸ ਦਾ ਉੱਪਰ ਵਾਲਾ ਹਿੱਸਾ ਜੋ ਉਹ ਉੱਤਰੀ ਸਰਕਾਰ ਹੈ। 1765 ਤੋਂ 1767 ਈਸਵੀ ਤੱਕ ਦੂਸਰੀ ਵਾਰ ਰਾਬਰਟ ਕਲਾਈਵ ਬੰਗਾਲ ਦਾ ਗਵਰਨਰ ਨਿਯੁਕਤ ਹੁੰਦਾ ਹੈ। ਇਸ ਸਮੇਂ ਦੇ ਦੌਰਾਨ ਉਸ ਨੂੰ ਇੱਕ ਹੋਰ ਵੱਡੀ ਸਫਲਤਾ ਮਿਲਦੀ ਹੈ, ਉਹ ਹੈ ਬੰਗਾਲ, ਬਿਹਾਰ ਅਤੇ ਉੜੀਸਾ ਵਿੱਚ ਦੂਰੀ ਸ਼ਾਸਨ ਵਿਵਸਥਾ ਲਾਗੂ ਕਰਨਾ ਅਤੇ ਨਾਲੋਂ ਨਾਲ ਬੰਗਾਲ, ਬਿਹਾਰ, ਉੜੀਸਾ ਦਾ ਮਾਲੀਆ ਵੀ ਇਕੱਠਾ ਕਰਨਾ। ਸੋ ਇਹ ਰਾਬਰਟ ਕਲਾਈਵ ਦੀ ਸ਼ੁਰੂਆਤ ਸੀ ਅੰਗਰੇਜ਼ੀ ਸਾਮਰਾਜ ਨੂੰ ਸਥਾਪਿਤ ਕਰਨ ਦੇ ਵਿੱਚ। ਫਿਰ ਲਾਰਡ ਵੈਲਜ਼ਲੀ ਦਾ ਸਮਾਂ ਆਉਂਦਾ ਹੈ। ਲਾਰਡ ਵੈਲਜ਼ਲੀ ਨੇ ਸਹਾਇਕ ਸੰਧੀ ਦੇ ਰਾਹੀਂ ਭਾਰਤ ਦੇ ਵੱਖ-ਵੱਖ ਰਾਜਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਅਸਿੱਧੇ ਤੌਰ ਦੇ ਉੱਤੇ ਮਿਲਾਉਣ ਦਾ ਕੰਮ ਕੀਤਾ। ਸਭ ਤੋਂ ਪਹਿਲਾਂ ਅਸੀਂ ਸਮਝੀਏ ਸਹਾਇਕ ਸੰਧੀ ਹੈ ਕੀ। ਸਹਾਇਕ ਸੰਧੀ ਨੂੰ ਸਬਸਿਡੀਅਰੀ ਸਿਸਟਮ ਵੀ ਕਿਹਾ ਜਾਂਦਾ ਸੀ। ਇਸ ਸੰਧੀ ਅਨੁਸਾਰ ਅੰਗਰੇਜ਼ ਭਾਰਤੀ ਰਾਜੇ, ਨਵਾਬ ਜਾਂ ਨਿਜ਼ਾਮਾਂ ਨੂੰ ਸੈਨਿਕ ਸਹਾਇਤਾ ਦਿੰਦੇ ਸਨ, ਜਿਸ ਦੇ ਬਦਲੇ ਉਹ ਭਾਰਤੀ ਰਾਜੇ, ਨਿਜ਼ਾਮ ਜਾਂ ਨਵਾਬ ਅੰਗਰੇਜ਼ਾਂ ਨੂੰ ਧਨ ਦਿੰਦੇ ਸਨ। ਜੇ ਉਹ ਧਨ ਦੇਣ ਦੇ ਅਸਮਰੱਥ ਹੁੰਦੇ ਤਾਂ ਉਸ ਦੇ ਬਦਲੇ ਉਹਨਾਂ ਨੂੰ ਜ਼ਮੀਨ ਵੀ ਦੇਣੀ ਪੈਂਦੀ ਸੀ। ਸਾਰੀ ਸੈਨਾ ਦਾ ਕੰਟਰੋਲ ਅੰਗਰੇਜ਼ਾਂ ਦੇ ਹੱਥ ਵਿੱਚ ਸੀ। ਸੈਨਾ ਦੀ ਭਰਤੀ ਕਰਨਾ, ਸੈਨਾ ਨੂੰ ਟ੍ਰੇਨਿੰਗ ਦੇਣੀ ਅਤੇ ਯੁੱਧ ਦੇ ਵਾਸਤੇ ਤਿਆਰ ਕਰਨਾ, ਇਹ ਕੰਮ ਸਾਰਾ ਅੰਗਰੇਜ਼ਾਂ ਕੋਲ ਸੀ। ਅਤੇ ਇਸ ਕੰਮ ਦੇ ਬਦਲੇ ਉਹਨਾਂ ਨੂੰ ਜੋ ਰਾਜ ਸਹਾਇਕ ਸੰਧੀ ਕਰਦਾ ਸੀ ਉਹ ਧਨ ਦਿੰਦਾ ਸੀ ਜਾਂ ਜ਼ਮੀਨ ਦਿੰਦਾ ਸੀ। ਇਸ ਸਿਸਟਮ ਦੇ ਤਹਿਤ, ਇਸ ਸੰਧੀ ਦੇ ਤਹਿਤ ਸਾਡੇ ਭਾਰਤੀ ਰਾਜੇ ਆਪਣੀ ਰੱਖਿਆ ਦੇ ਲਈ ਅੰਗਰੇਜ਼ੀ ਸੈਨਾ ਰੱਖਦੇ ਸਨ। ਅੰਗਰੇਜ਼ਾਂ ਨੇ ਯੁੱਧਾਂ ਦੁਆਰਾ ਕਿਸ ਤਰੀਕੇ ਨਾਲ ਭਾਰਤੀ ਸਾਮਰਾਜ ਦੇ ਵਿੱਚ ਵਾਧਾ ਕੀਤਾ, ਆਓ ਵੇਖੀਏ ਇਸ ਪੱਖ ਨੂੰ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਮੈਸੂਰ ਦੀ। ਮੈਸੂਰ ਦੱਖਣੀ ਭਾਰਤ ਦੇ ਵਿੱਚ ਇੱਕ ਤਾਕਤਵਰ ਰਾਜ ਸੀ।
1761 ਦੇ ਵਿੱਚ ਹੈਦਰ ਅਲੀ ਨੇ ਮੈਸੂਰ ਨੂੰ ਇੱਕ ਸੁਤੰਤਰ ਰਾਜ ਬਣਾਇਆ। ਉਸ ਸਮੇਂ ਮੈਸੂਰ ਇੱਕ ਤਾਕਤਵਰ ਰਾਜ ਹੋਣ ਦੇ ਕਰਕੇ ਜੋ ਉਸਦੇ ਗਵਾਂਢੀ ਸਨ ਮਰਾਠੇ ਜਾਂ ਹੈਦਰਾਬਾਦ, ਉਹ ਉਸ ਤੋਂ ਖੌਫ ਖਾਂਦੇ ਸਨ, ਉਸ ਤੋਂ ਡਰਦੇ ਸਨ। ਅੰਗਰੇਜ਼ ਵੀ ਇਸ ਪ੍ਰਭਾਵ ਅਧੀਨ ਸਨ। ਸੋ ਅੰਗਰੇਜ਼ਾਂ, ਮਰਾਠਿਆਂ ਅਤੇ ਹੈਦਰਾਬਾਦ ਨੇ ਮਿਲ ਕੇ ਆਪਸ ਵਿੱਚ ਮੈਸੂਰ ਤੇ ਹਮਲਾ ਕਰਨ ਦੀ ਵਿਉਂਤਬੰਦੀ ਕੀਤੀ। ਅੰਗਰੇਜ਼ ਅਤੇ ਮੈਸੂਰ ਦੇ ਵਿਚਕਾਰ ਪਹਿਲੀ ਲੜਾਈ 1767 ਤੋਂ 69 ਦੇ ਦਰਮਿਆਨ ਹੁੰਦੀ ਹੈ। ਇਸ ਲੜਾਈ ਵਿੱਚ ਅੰਗਰੇਜ਼, ਮਰਾਠੇ ਅਤੇ ਹੈਦਰਾਬਾਦ ਇੱਕ ਤਰਫ, ਮੈਸੂਰ ਦਾ ਹੈਦਰ ਅਲੀ ਇੱਕ ਤਰਫ ਸੀ। ਇਸ ਲੜਾਈ ਦੇ ਵਿੱਚ ਹੈਦਰ ਅਲੀ ਦੀ ਜਿੱਤ ਹੁੰਦੀ ਹੈ, ਕਿਉਂਕਿ ਹੈਦਰ ਅਲੀ ਬਹੁਤ ਹੀ ਤਾਕਤਵਰ ਸੀ। ਅੰਗਰੇਜ਼ਾਂ ਨੂੰ ਸੰਧੀ ਕਰਨੀ ਪੈਂਦੀ ਹੈ ਅਤੇ ਸੰਧੀ ਦੇ ਵਿੱਚ ਵੀ ਸ਼ਰਤਾਂ ਹੈਦਰ ਅਲੀ ਦੀਆਂ ਹੁੰਦੀਆਂ ਨੇ। ਇਸ ਸੰਧੀ ਅਨੁਸਾਰ ਅੰਗਰੇਜ਼ ਅਤੇ ਮੈਸੂਰ ਰਾਜ ਮਰਾਠਿਆਂ ਦੇ ਹਮਲੇ ਦੇ ਖਿਲਾਫ ਮਿਲ ਕੇ ਜਵਾਬ ਦੇਣਗੇ। ਭਾਵ ਜੇ ਹਮਲਾ ਮੈਸੂਰ ਤੇ ਹੁੰਦਾ ਹੈ ਤਾਂ ਅੰਗਰੇਜ਼ ਮੈਸੂਰ ਦਾ ਸਾਥ ਦੇਣਗੇ ਅਤੇ ਜੇ ਹਮਲਾ ਅੰਗਰੇਜ਼ਾਂ ਦੇ ਉੱਤੇ ਹੁੰਦਾ ਹੈ ਤਾਂ ਮੈਸੂਰ ਅੰਗਰੇਜ਼ਾਂ ਦਾ ਸਾਥ ਦੇਵੇਗਾ। 1771 ਵਿੱਚ ਮਰਾਠੇ ਹੈਦਰ ਅਲੀ ਤੇ ਹਮਲਾ ਕਰਦੇ ਹਨ ਤਾਂ ਬ੍ਰਿਟਿਸ਼ ਆਪਣੇ ਵਚਨ ਪੂਰੇ ਨਹੀਂ ਕਰਦੇ। ਬ੍ਰਿਟਿਸ਼ ਮੈਸੂਰ ਦੀ ਮਦਦ ਨਹੀਂ ਕਰਦੇ, ਬ੍ਰਿਟਿਸ਼ ਹੈਦਰ ਅਲੀ ਦੀ ਮਦਦ ਨਹੀਂ ਕਰਦੇ। ਤਾਂ ਹੈਦਰ ਅਲੀ ਅੰਗਰੇਜ਼ਾਂ ਤੋਂ ਵੱਖ ਹੁੰਦਾ ਹੋਇਆ ਫਰਾਂਸੀਸੀਆਂ ਵੱਲ ਹੱਥ ਵਧਾਉਂਦਾ ਹੈ, ਯੂਰਪੀ ਸਿਪਾਹੀ ਭਰਤੀ ਕਰਦਾ ਹੈ, ਉਹਨਾਂ ਦੀ ਟ੍ਰੇਨਿੰਗ ਦੇ ਲਈ ਫਰਾਂਸੀਸੀ ਸਲਾਹਕਾਰ ਨਿਯੁਕਤ ਕਰ ਲੈਂਦਾ ਹੈ। 1780 ਵਿੱਚ ਮੈਸੂਰ ਅਤੇ ਅੰਗਰੇਜ਼ਾਂ ਦੇ ਵਿਚਕਾਰ ਦੂਸਰਾ ਯੁੱਧ ਹੁੰਦਾ ਹੈ। ਇਸ ਯੁੱਧ ਵਿੱਚ 1782 ਦੇ ਵਿੱਚ ਹੈਦਰ ਅਲੀ ਦੀ ਮੌਤ ਹੋ ਜਾਂਦੀ ਹੈ। ਟੀਪੂ ਸੁਲਤਾਨ, ਜਿਸ ਨੂੰ ਮੈਸੂਰ ਦਾ ਟਾਈਗਰ ਕਿਹਾ ਜਾਂਦਾ ਹੈ, ਹੈਦਰ ਅਲੀ ਦੀ ਮੌਤ ਤੋਂ ਬਾਅਦ ਮੈਸੂਰ ਦਾ ਨਵਾਂ ਸ਼ਾਸਕ ਬਣਦਾ ਹੈ ਅਤੇ ਜੰਗ ਜਾਰੀ ਰੱਖਦਾ ਹੈ। ਅੰਗਰੇਜ਼ਾਂ ਨੂੰ ਮਜਬੂਰ ਹੋ ਕੇ 1784 ਵਿੱਚ ਫਿਰ ਸੰਧੀ ਕਰਨੀ ਪੈਂਦੀ ਹੈ, ਜਿਸ ਨੂੰ ਮੰਗਲੌਰ ਦੀ ਸੰਧੀ ਕਿਹਾ ਜਾਂਦਾ ਹੈ। ਇਹ ਬੰਗਲੌਰ ਦੀ ਨਹੀਂ, ਮੰਗਲੌਰ ਦੀ ਸੰਧੀ ਹੈ। ਇਹ ਸੰਧੀ 11 ਮਾਰਚ 1784 ਈਸਵੀ ਨੂੰ ਹੁੰਦੀ ਹੈ। ਅੰਗਰੇਜ਼ ਅਤੇ ਟੀਪੂ ਸੁਲਤਾਨ, ਉਹਨਾਂ ਦੋਵਾਂ ਦੇ ਵਿਚਕਾਰ ਇਹ ਸੰਧੀ ਹੁੰਦੀ ਹੈ, ਜਿਸ ਦੇ ਤਹਿਤ ਉਹ ਦੋਵੇਂ ਇੱਕ ਦੂਜੇ ਦੇ ਜਿੱਤੇ ਹੋਏ ਇਲਾਕੇ ਅਤੇ ਕੈਦੀ ਵਾਪਿਸ ਕਰਦੇ ਹਨ। ਅੰਗਰੇਜ਼ ਮੈਸੂਰ ਤੇ ਫਰਵਰੀ 1799 ਵਿੱਚ ਇੱਕ ਵਾਰ ਫਿਰ ਹਮਲਾ ਕਰਦੇ ਹਨ। ਟੀਪੂ ਸੁਲਤਾਨ ਬੜੀ ਬਹਾਦਰੀ ਨਾਲ ਸਾਹਮਣਾ ਕਰਦਾ ਹੈ, ਪਰੰਤੂ 4 ਮਈ 1799 ਨੂੰ ਟੀਪੂ ਸੁਲਤਾਨ ਸ਼੍ਰੀ ਰੰਗਾਪਟਮ ਵਿੱਚ ਲੜਾਈ ਦੇ ਦੌਰਾਨ ਮਾਰਿਆ ਜਾਂਦਾ ਹੈ। ਮੈਸੂਰ ਰਾਜ ਦੀ ਵੰਡ ਹੁੰਦੀ ਹੈ। ਕੁਝ ਇਲਾਕਾ ਅੰਗਰੇਜ਼, ਕੁਝ ਹੈਦਰਾਬਾਦ ਅਤੇ ਕੁਝ ਨਵਾਂ ਸ਼ਾਸਕ ਜੋ ਕਿ ਪਹਿਲਾਂ ਤੋਂ ਚੱਲਿਆ ਆ ਰਿਹਾ ਹਿੰਦੂ ਵੰਸ਼ ਸੀ, ਜਿਸ ਦਾ ਰਾਜ ਚੱਲਦਾ ਸੀ, ਉਸ ਨੂੰ ਦਿੱਤਾ ਜਾਂਦਾ ਹੈ। ਇੱਕ ਛੋਟੀ ਉਮਰ ਦਾ ਰਾਜਾ ਸਥਾਪਿਤ ਕੀਤਾ ਜਾਂਦਾ ਹੈ, ਜਿਸ ਨੂੰ ਸਹਾਇਕ ਸੰਧੀ ਦੀਆਂ ਸ਼ਰਤਾਂ ਅਤੇ ਕੁਝ ਹੋਰ ਸਖਤ ਸ਼ਰਤਾਂ ਦੇ ਤਹਿਤ ਰਾਜ ਦਿੱਤਾ ਜਾਂਦਾ ਹੈ। 7 ਲੱਖ ਰੁਪਇਆ ਹਰ ਸਾਲ ਅੰਗਰੇਜ਼ਾਂ ਨੂੰ ਦੇਣ ਦਾ ਵੀ ਉਹ ਵਚਨ ਦਿੰਦਾ ਹੈ। ਸੋ ਇਹ ਸਨ ਅੰਗਰੇਜ਼ ਅਤੇ ਮੈਸੂਰ ਦੀਆਂ ਲੜਾਈਆਂ। ਆਓ ਹੁਣ ਗੱਲ ਕਰਦੇ ਹਾਂ ਮਰਾਠੇ ਅਤੇ ਅੰਗਰੇਜ਼ਾਂ ਦੇ ਵਿਚਕਾਰ ਹੋਏ ਯੁੱਧਾਂ ਦੀ। ਮਰਾਠੇ ਅਤੇ ਅੰਗਰੇਜ਼ਾਂ ਦੇ ਵਿਚਕਾਰ 1775 ਤੋਂ 1818 ਈਸਵੀ ਦੇ ਦਰਮਿਆਨ ਕਈ ਯੁੱਧ ਹੋਏ। ਉਸ ਸਮੇਂ ਮਰਾਠਿਆਂ ਨੇ ਭਾਰਤ ਦਾ ਇੱਕ ਵੱਡਾ ਹਿੱਸਾ ਸੀ ਜੋ ਉਹ ਕਬਜ਼ੇ ਵਿੱਚ ਕਰ ਲਿਆ ਸੀ। 1800 ਈਸਵੀ ਦੇ ਵਿੱਚ ਨਾਨਾ ਫੜਨਵੀਸ, ਜਾਂ ਜਿਸ ਨੂੰ ਨਾਨਾ ਫੜਨਵੀਸ ਵੀ ਕਿਹਾ ਜਾਂਦਾ ਸੀ, ਉਸ ਦੀ ਮੌਤ ਹੋ ਜਾਂਦੀ ਹੈ। ਉਸ ਦੀ ਮੌਤ ਤੋਂ ਪਿੱਛੋਂ ਦੌਲਤ ਰਾਓ ਸਿੰਧੀਆ ਅਤੇ ਜਸਵੰਤ ਰਾਓ ਹੋਲਕਰ ਦੋਵੇਂ ਜਾਣੇ ਪੇਸ਼ਵਾ ਸਿੰਧੀਆ ਦਾ ਜੋ ਇਲਾਕਾ ਹੈ ਉਸ ਨੂੰ ਕਬਜ਼ੇ ਵਿੱਚ ਲੈਣ ਦੀ ਕੋਸ਼ਿਸ਼ ਕਰਦੇ ਹਨ। ਪੇਸ਼ਵਾ ਬਾਜੀ ਰਾਓ, ਜਿਸ ਦਾ ਪੂਨਾ ਖੇਤਰ ਹੈ, ਜਸਵੰਤ ਰਾਓ ਹੋਲਕਰ
ਅਤੇ ਦੌਲਤ ਰਾਓ ਸਿੰਧੀਆ ਦੋਵੇਂ ਜਾਣੇ ਪੂਨੇ ਨੂੰ ਆਪਣੇ ਅਧਿਕਾਰ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸੇ ਸਮੇਂ ਦੇ ਦੌਰਾਨ ਪੇਸ਼ਵਾ ਬਾਜੀ ਰਾਓ ਅਤੇ ਦੌਲਤ ਰਾਓ ਸਿੰਧੀਆ ਦੇ ਵਿਚਕਾਰ ਆਪਸ ਵਿੱਚ ਗੁੱਟਬੰਦੀ ਹੋ ਜਾਂਦੀ ਹੈ ਜਸਵੰਤ ਰਾਓ ਹੋਲਕਰ ਦੇ ਖਿਲਾਫ। 1802 ਈਸਵੀ ਦੇ ਵਿੱਚ ਜਸਵੰਤ ਰਾਓ ਹੋਲਕਰ ਪੂਨੇ ਦੇ ਉੱਤੇ ਹਮਲਾ ਕਰਕੇ ਬੜੀ ਆਸਾਨੀ ਨਾਲ ਪੂਨੇ ਨੂੰ ਜਿੱਤ ਲੈਂਦਾ ਹੈ। ਪੇਸ਼ਵਾ ਬਾਜੀ ਰਾਓ ਬਾਸੀਨ ਨਾਮ ਦੇ ਸਥਾਨ ਦੇ ਉੱਤੇ ਚਲਾ ਜਾਂਦਾ ਹੈ ਪੂਨੇ ਨੂੰ ਛੱਡ ਕੇ, ਅਤੇ ਅੰਗਰੇਜ਼ਾਂ ਦੇ ਨਾਲ ਸੰਧੀ ਕਰਦਾ ਹੈ, ਜਿਸ ਦੇ ਵਿੱਚ ਅੰਗਰੇਜ਼ ਉਸ ਨੂੰ ਸੈਨਿਕ ਸਹਾਇਤਾ ਦੇਣ ਦੀ ਪੇਸ਼ਕਸ਼ ਕਰਦੇ ਹਨ। ਪੇਸ਼ਵਾ ਨੇ ਬੈਲਜਲੀ ਦੀ ਅਗਵਾਈ ਵਿੱਚ ਬ੍ਰਿਟਿਸ਼ ਸੈਨਾ ਦੀ ਮਦਦ ਨਾਲ 13 ਮਈ 1803 ਨੂੰ ਪੂਨੇ ਉੱਪਰ ਦੁਬਾਰਾ ਕਬਜ਼ਾ ਕਰ ਲੈਂਦਾ ਹੈ। ਜਸਵੰਤ ਰਾਓ ਹੋਲਕਰ ਬਿਨਾਂ ਯੁੱਧ ਲੜੇ ਪੂਨਾ ਛੱਡ ਕੇ ਚਲਾ ਜਾਂਦਾ ਹੈ। 1803 ਈਸਵੀ ਵਿੱਚ ਅੰਗਰੇਜ਼ਾਂ ਨੇ ਮਰਾਠਾ ਸਰਦਾਰ ਪੌਂਸਲੇ ਨੂੰ ਹਰਾਇਆ, ਜਿਸ ਤੋਂ ਬਾਅਦ ਦਸੰਬਰ 1803 ਈਸਵੀ ਵਿੱਚ ਦੋਵਾਂ ਜਾਣਿਆਂ ਦੀ ਸੰਧੀ ਹੁੰਦੀ ਹੈ, ਜਿਸ ਨੂੰ ਦਿਊਗਾਉਂ ਦੀ ਸੰਧੀ ਕਿਹਾ ਜਾਂਦਾ ਹੈ। ਇਸ ਤੋਂ ਬਾਅਦ ਮਰਾਠਾ ਸਰਦਾਰ ਸਿੰਧੀਆ ਨੂੰ ਅੰਗਰੇਜ਼ ਹਰਾ ਦਿੰਦੇ ਹਨ ਅਤੇ ਉਸ ਨਾਲ ਸੂਰਜੀ ਅਰਜਨ ਗਾਉਂ ਦੀ ਸੰਧੀ ਹੁੰਦੀ ਹੈ। ਲਾਰਡ ਬੈਲਜਲੀ ਨੇ ਜਸਵੰਤ ਰਾਓ ਹੋਲਕਰ ਦੀ ਰਾਜਧਾਨੀ ਇੰਦੌਰ ਤੇ ਕਬਜ਼ਾ ਕਰ ਲੈਂਦਾ ਹੈ ਅਤੇ ਬਾਅਦ ਦੇ ਵਿੱਚ ਕਾਰਨਵਾਲਿਸ ਜਸਵੰਤ ਰਾਓ ਹੋਲਕਰ ਅਤੇ ਭੌਂਸਲੇ ਦੇ ਨਾਲ ਸਹਾਇਕ ਸੰਧੀ ਕਰ ਲੈਂਦਾ ਹੈ। ਸੋ ਇਸ ਤਰੀਕੇ ਨਾਲ ਜੋ ਮਰਾਠਾ ਰਾਜ ਸੀ ਹੌਲੀ ਹੌਲੀ ਉਹ ਖਤਮ ਹੁੰਦਾ ਜਾਂਦਾ ਹੈ ਅਤੇ ਉਹ ਬ੍ਰਿਟਿਸ਼ ਸਾਮਰਾਜ ਦੇ ਅਧੀਨ ਆ ਜਾਂਦਾ ਹੈ। ਇਸ ਤੋਂ ਬਾਅਦ ਗੱਲ ਕਰੀਏ ਅੰਗਰੇਜ਼ ਗੋਰਖਾ ਯੁੱਧ ਦੀ, ਜੋ 1814 ਤੋਂ 1816 ਦੇ ਦਰਮਿਆਨ ਹੋਇਆ। ਇਸ ਸਮੇਂ ਦੇ ਦੌਰਾਨ ਨੇਪਾਲ ਅਤੇ ਅੰਗਰੇਜ਼ਾਂ ਦੇ ਵਿਚਕਾਰ ਆਪਣੇ ਸਰਹੱਦ ਨੂੰ ਲੈ ਕੇ ਝਗੜਾ ਸ਼ੁਰੂ ਹੋ ਜਾਂਦਾ ਹੈ। ਗੋਰਖੇ ਕੁਝ ਪਿੰਡਾਂ ਨੂੰ ਕਬਜ਼ੇ ਵਿੱਚ ਕਰ ਲੈਂਦੇ ਹਨ ਜੋ ਅੰਗਰੇਜ਼ਾਂ ਅਧੀਨ ਹੁੰਦੇ ਹਨ। ਅੰਗਰੇਜ਼ ਉਸ ਨੂੰ ਆਪਣੇ ਅਧੀਨ ਸਮਝਦੇ ਹਨ, ਤਾਂ ਉਸ ਸਮੇਂ ਨਵਾਂ ਬਣਿਆ ਗਵਰਨਰ ਮਿੰਟੋ ਨੇਪਾਲ ਦੇ ਰਾਜੇ ਨੂੰ ਚਿੱਠੀ ਰਾਹੀਂ 25 ਦਿਨਾਂ ਵਿੱਚ ਸਾਰਾ ਇਲਾਕਾ ਖਾਲੀ ਕਰਕੇ ਅੰਗਰੇਜ਼ਾਂ ਦੇ ਹਵਾਲੇ ਕਰਨ ਦੀ ਤਾੜਨਾ ਦਿੰਦਾ ਹੈ। ਗੋਰਖੇ ਅਜਿਹਾ ਹੁਕਮ ਨਹੀਂ ਚੱਲਦੇ ਅਤੇ ਇਸ ਤਰੀਕੇ ਨਾਲ ਉਹਨਾਂ ਦੇ ਵਿਚਕਾਰ ਯੁੱਧ ਸ਼ੁਰੂ ਹੁੰਦਾ ਹੈ। 1815 ਈਸਵੀ ਵਿੱਚ ਗੋਰਖਿਆਂ ਵਿਰੁੱਧ ਵੱਡੀ ਸੈਨਾ ਭੇਜੀ ਜਾਂਦੀ ਹੈ। ਗੋਰਖੇ ਬਹੁਤ ਬਹਾਦਰੀ ਨਾਲ ਲੜੇ ਪਰ ਹਾਰ ਜਾਂਦੇ ਹਨ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਬਹੁਤ ਸਾਰਾ ਇਲਾਕਾ ਅੰਗਰੇਜ਼ਾਂ ਨੂੰ ਦੇਣਾ ਪੈਂਦਾ ਹੈ। ਕਾਠਮੰਡੂ ਦੇ ਵਿੱਚ ਬ੍ਰਿਟਿਸ਼ ਰੈਜ਼ੀਡੈਂਟ ਵੀ ਰੱਖਣਾ ਉਹਨਾਂ ਨੂੰ ਪੈਂਦਾ ਹੈ। ਲਾਰਡ ਹੇਸਟਿੰਗ ਦੇ ਸਮੇਂ ਰਾਜਸਥਾਨ ਦੀਆਂ 19 ਰਿਆਸਤਾਂ ਨੇ ਜੋ ਉਹ ਅੰਗਰੇਜ਼ ਆਪਣੇ ਅਧੀਨ ਕਰ ਲੈਂਦੇ ਹਨ। ਉਹ 19 ਰਿਆਸਤਾਂ ਅੰਗਰੇਜ਼ਾਂ ਦੀ ਅਧੀਨਤਾ ਸਵੀਕਾਰ ਕਰ ਲੈਂਦੀਆਂ ਹਨ। 1848 ਤੋਂ 1856 ਦੇ ਦੌਰਾਨ ਗਵਰਨਰ ਜਨਰਲ ਲਾਰਡ ਡਲਹੌਜੀ ਨੇ ਅੰਗਰੇਜ਼ੀ ਸਾਮਰਾਜ ਦਾ ਵਿਸਥਾਰ ਕਰਨ ਦੇ ਲਈ ਵੱਖ-ਵੱਖ ਨੀਤੀਆਂ ਅਪਣਾਈਆਂ। ਉਹਨਾਂ ਨੀਤੀਆਂ ਦੇ ਰਾਹੀਂ ਉਸਨੇ ਭਾਰਤ ਦਾ ਇੱਕ ਵੱਡਾ ਇਲਾਕਾ ਸੀ ਜੋ ਉਹ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ। ਆਓ ਜਾਣੀਏ ਉਹ ਕਿਹੜੀਆਂ-ਕਿਹੜੀਆਂ ਨੀਤੀਆਂ ਸਨ ਜਿਨ੍ਹਾਂ ਦੇ ਤਹਿਤ ਲਾਰਡ ਡਲਹੌਜੀ ਨੇ ਇਹ ਇਲਾਕਾ ਸੀ ਜੋ ਉਹ ਅੰਗਰੇਜ਼ੀ ਸਾਮਰਾਜ ਵਿੱਚ ਲਿਆਂਦਾ। ਯੁੱਧ ਨੀਤੀ, ਲੈਪਸ ਦੀ ਨੀਤੀ, ਭੈੜੇ ਸ਼ਾਸਨ ਪ੍ਰਬੰਧ ਦੇ ਆਧਾਰ ਦੇ ਉੱਤੇ ਅਤੇ ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ, ਇਹ ਚਾਰ ਉਸ ਦੇ ਵੱਖ-ਵੱਖ ਪੱਖ ਸਨ ਜਿਨ੍ਹਾਂ ਦੇ ਤਹਿਤ ਉਸਨੇ ਅੰਗਰੇਜ਼ੀ ਸਾਮਰਾਜ ਦਾ ਬਹੁਤ ਜ਼ਿਆਦਾ ਵਿਸਥਾਰ ਕੀਤਾ। ਆਓ ਹੁਣ ਇਹਨਾਂ ਦੇ ਬਾਰੇ ਜਾਣੀਏ। ਸਭ ਤੋਂ ਪਹਿਲਾਂ ਅਸੀਂ ਵੇਖਦੇ ਹਾਂ ਯੁੱਧ ਨੀਤੀ। ਭਾਰਤ ਦੇ ਨਕਸ਼ੇ ਨੂੰ ਜੇ ਅਸੀਂ ਧਿਆਨ ਨਾਲ ਵੇਖਦੇ ਹਾਂ ਤਾਂ ਲਾਰਡ ਡਲਹੌਜੀ ਨੇ ਸਭ ਤੋਂ ਪਹਿਲਾਂ ਲਾਹੌਰ ਰਾਜ ਨੂੰ ਆਪਣੇ ਕਬਜ਼ੇ ਵਿੱਚ ਲਿਆ। 1848 ਵਿੱਚ ਲਾਹੌਰ ਰਾਜ ਦੇ ਉੱਤੇ ਹਮਲਾ ਕੀਤਾ ਅਤੇ 29 ਮਾਰਚ 1849 ਈਸਵੀ ਨੂੰ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਤੋਂ ਬਾਅਦ ਦੇ ਵਿੱਚ 1850 ਵਿੱਚ ਸਿੱਕਮ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕੀਤਾ ਗਿਆ। ਉਸ ਤੋਂ ਬਾਅਦ ਦੋ ਇਲਾਕੇ ਸਨ ਜੋ ਪ੍ਰੋਮ ਅਤੇ ਪੀਗੂ,
ਇਹ ਇਲਾਕੇ 1852 ਈਸਵੀ ਵਿੱਚ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤੇ ਗਏ। ਆਓ ਇਹਨਾਂ ਦੋਵਾਂ ਇਲਾਕਿਆਂ ਨੂੰ ਸਮਝੀਏ, ਇਹਨਾਂ ਦਾ ਸਥਾਨ ਕਿੱਥੇ ਹੈ। ਇਹਨਾਂ ਦਾ ਸਥਾਨ ਬਰਮਾ ਦੇਸ਼ ਦੇ ਵਿੱਚ ਹੈ, ਜਿਸ ਦਾ ਮੌਜੂਦਾ ਨਾਮ ਮਿਆਂਮਾਰ ਹੈ। ਬਰਮਾ ਦੇ ਵਿੱਚ ਪ੍ਰੋਮ ਅਤੇ ਪੀਗੂ ਸਥਾਨ, ਜਿਸ ਦੇ ਉੱਪਰ 1852 ਈਸਵੀ ਵਿੱਚ ਯੁੱਧ ਨੀਤੀ ਦੇ ਤਹਿਤ ਕਬਜ਼ਾ ਕੀਤਾ ਗਿਆ। ਯੁੱਧ ਨੀਤੀ ਦੇ ਤਹਿਤ ਲਾਹੌਰ ਉੱਪਰ 1848 ਵਿੱਚ ਹਮਲਾ ਹੋਇਆ ਅਤੇ 1849 ਵਿੱਚ ਕਬਜ਼ੇ ਵਿੱਚ ਕਰ ਲਿਆ ਗਿਆ। ਸਿੱਕਮ ਨੂੰ 1850 ਵਿੱਚ ਅਤੇ ਪ੍ਰੋਮ ਅਤੇ ਪੀਗੂ ਨੂੰ 1852 ਈਸਵੀ ਵਿੱਚ। ਆਓ ਹੁਣ ਜਾਣੀਏ ਲੈਪਸ ਦੀ ਨੀਤੀ। ਕੀ ਹੈ ਲੈਪਸ ਦੀ ਨੀਤੀ? ਉਹ ਭਾਰਤੀ ਸ਼ਾਸਕ ਜਿਨ੍ਹਾਂ ਦੇ ਔਲਾਦ ਜਾਂ ਸੰਤਾਨ ਨਹੀਂ ਹੁੰਦੀ ਸੀ, ਉਹਨਾਂ ਨੂੰ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਹੁੰਦੀ ਸੀ। ਉਹ ਰਾਜੇ, ਉਹ ਸ਼ਾਸਕ ਜਿਨ੍ਹਾਂ ਦੇ ਆਪਣੀ ਸੰਤਾਨ ਜਾਂ ਔਲਾਦ ਨਹੀਂ ਹੁੰਦੀ ਸੀ, ਉਹਨਾਂ ਨੂੰ ਅੱਗੋਂ ਪੁੱਤਰ ਗੋਦ ਲੈਣ ਦੀ ਆਗਿਆ ਨਹੀਂ ਹੁੰਦੀ ਸੀ। ਅਜਿਹੇ ਸ਼ਾਸਕਾਂ ਦੀ ਮੌਤ ਤੋਂ ਬਾਅਦ ਉਹਨਾਂ ਦਾ ਜੋ ਰਾਜ ਸੀ ਉਹ ਖਤਮ ਹੋ ਜਾਂਦਾ ਸੀ ਅਤੇ ਉਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਜਾਂਦਾ ਸੀ। ਆਓ ਵੇਖੀਏ ਲੈਪਸ ਦੀ ਨੀਤੀ ਤਹਿਤ ਕਿਹੜੇ-ਕਿਹੜੇ ਰਾਜਾਂ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ। ਸਭ ਤੋਂ ਪਹਿਲਾਂ 1848 ਈਸਵੀ ਵਿੱਚ ਇਸ ਰਾਜ ਨੂੰ ਲੈਪਸ ਦੀ ਨੀਤੀ ਦੇ ਤਹਿਤ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ। 17 ਪੂਨੇ ਦੇ ਥੱਲੇ ਦੱਖਣ ਵਾਲੇ ਪਾਸੇ ਸਥਾਨ ਹੈ। ਫਿਰ ਸੰਬਲਪੁਰ, ਉਦੈਪੁਰ ਰਾਜਸਥਾਨ ਦਾ ਇਹ ਜੋ ਰਾਜ ਸੀਗਾ, 1852 ਈਸਵੀ ਵਿੱਚ ਇਸ ਨੂੰ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕਰ ਲਿਆ ਗਿਆ। ਇਸ ਤੋਂ ਬਾਅਦ ਨਾਗਪੁਰ 1854 ਈਸਵੀ ਦੇ ਵਿੱਚ ਅਤੇ ਝਾਂਸੀ 1854 ਈਸਵੀ ਦੇ ਵਿੱਚ। ਇਹ ਉਹ ਇਲਾਕੇ ਸਨ ਜਿਨ੍ਹਾਂ ਦੇ ਸ਼ਾਸਕਾਂ ਦੀ ਆਪਣੀ ਔਲਾਦ ਨਹੀਂ ਸੀ ਅਤੇ ਉਹਨਾਂ ਨੂੰ ਅੱਗੋਂ ਕੋਈ ਹੋਰ ਬੱਚਾ ਗੋਦ ਲੈਣ ਦੀ ਆਗਿਆ ਨਹੀਂ ਸੀ। ਇਸ ਕਰਕੇ ਇਹ ਇਲਾਕੇ ਸਨ ਜੋ, ਇਹ ਰਾਜ ਸਨ ਜੋ ਇਹ ਲੈਪਸ ਦੀ ਨੀਤੀ ਦੇ ਤਹਿਤ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤੇ ਗਏ। ਪੈੜੇ ਸ਼ਾਸਨ ਪ੍ਰਬੰਧ ਦੇ ਆਧਾਰ ਦੇ ਉੱਤੇ ਅੰਗਰੇਜ਼ਾਂ ਨੇ ਉਹ ਰਾਜ ਜਿੱਥੋਂ ਦਾ ਸ਼ਾਸਨ ਪ੍ਰਬੰਧ ਭੈੜਾ ਸੀ, ਇਸ ਨੂੰ ਆਧਾਰ ਬਣਾ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ। ਇਸ ਦਾ ਸ਼ਿਕਾਰ ਹੋਇਆ ਅਵਧ। 1856 ਵਿੱਚ ਅਵਧ ਰਾਜ ਨੂੰ ਭੈੜਾ ਸ਼ਾਸਨ ਪ੍ਰਬੰਧ ਕਹਿ ਕੇ ਅੰਗਰੇਜ਼ੀ ਸਾਮਰਾਜ ਵਿੱਚ ਸ਼ਾਮਿਲ ਕੀਤਾ ਗਿਆ। ਖਿਤਾਬ ਅਤੇ ਪੈਨਸ਼ਨਾਂ ਬੰਦ ਕਰਕੇ ਉਹ ਇਲਾਕੇ ਜਿਨ੍ਹਾਂ ਨੂੰ ਅੰਗਰੇਜ਼ਾਂ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ ਅਤੇ ਉਹਨਾਂ ਦੇ ਸ਼ਾਸਕਾਂ ਨੂੰ ਅੰਗਰੇਜ਼ ਸਰਕਾਰ, ਬ੍ਰਿਟਿਸ਼ ਸਰਕਾਰ ਪੈਨਸ਼ਨ ਦਿੰਦੀ ਸੀ ਜਾਂ ਖਿਤਾਬ ਦੇ ਨਾਂ ਦੇ ਉੱਤੇ ਕੁਝ ਧਨ ਰਾਸ਼ੀ ਦਿੰਦੀ ਸੀ, ਉਹ ਸਾਰਾ ਖਰਚਾ ਅੰਗਰੇਜ਼ੀ ਸਰਕਾਰ ਨੇ ਬੰਦ ਕਰ ਦਿੱਤਾ। ਆਓ ਜਾਣੀਏ ਉਹ ਕਿਹੜੇ-ਕਿਹੜੇ ਇਲਾਕੇ ਸਨ। ਸੂਰਤ 1842 ਵਿੱਚ ਸੂਰਤ ਦੇ ਸ਼ਾਸਕ ਨੂੰ ਪੈਨਸ਼ਨ ਦੇਣੀ ਬੰਦ ਕੀਤੀ ਗਈ। ਕਰਨਾਟਕ 1848 ਵਿੱਚ ਕਰਨਾਟਕ ਦੇ ਸ਼ਾਸਕ ਨੂੰ ਪੈਨਸ਼ਨ ਦੇਣੀ ਬੰਦ ਕੀਤੀ ਗਈ। ਪੂਨਾ 1849 ਈਸਵੀ ਵਿੱਚ। ਤੰਜੌਰ 1855 ਈਸਵੀ ਵਿੱਚ। ਸੋ ਇਹ ਉਹ ਇਲਾਕੇ ਸਨ ਜਿਨ੍ਹਾਂ ਦੇ ਸ਼ਾਸਕਾਂ ਨੂੰ ਪੈਨਸ਼ਨਾਂ ਲੱਗੀਆਂ ਹੋਈਆਂ ਸਨ, ਜੋ ਅੰਗਰੇਜ਼ ਸਰਕਾਰ ਇਹ ਪੈਨਸ਼ਨਾਂ ਦਿੰਦੀ ਸੀ। ਪਰੰਤੂ ਲਾਰਡ ਡਲਹੌਜੀ ਨੇ ਉਹਨਾਂ ਦੀਆਂ ਪੈਨਸ਼ਨਾਂ ਬੰਦ ਕਰ ਦਿੱਤੀਆਂ ਗਈਆਂ। ਉਹਨਾਂ ਦੇ ਖਿਤਾਬ ਸੀ ਜੋ ਬੰਦ ਕਰ ਦਿੱਤੇ ਗਏ, ਜਿਸ ਨਾਲ ਅੰਗਰੇਜ਼ੀ ਸਰਕਾਰ ਦੀ ਆਮਦਨ ਵਿੱਚ ਵਾਧਾ ਹੋਇਆ। ਸੋ ਪਿਆਰੇ ਬੱਚਿਓ, ਇਹ ਸੀ ਸਾਡਾ 10ਵਾਂ ਪਾਠ, ਭਾਰਤ ਵਿੱਚ ਈਸਟ ਇੰਡੀਆ ਕੰਪਨੀ ਦੀ ਸਥਾਪਨਾ। ਇਸ ਪਾਠ ਦੇ ਵਿੱਚ ਅਸੀਂ ਵਿਸਥਾਰਪੂਰਵਕ ਸਾਰੇ ਭਾਗਾਂ ਨੂੰ ਪੜ੍ਹਿਆ ਹੈ। ਮੈਨੂੰ ਉਮੀਦ ਹੈ ਕਿ ਤੁਸੀਂ ਇਹ ਸਾਰਾ ਪਾਠ ਸਮਝ ਲਿਆ ਹੋਵੇਗਾ ਅਤੇ ਤੁਹਾਨੂੰ ਇਹ ਸਾਰੇ ਪਾਠ ਬਾਰੇ ਬਰੀਕੀ ਵਿੱਚ ਜਾਣਕਾਰੀ ਹੋ ਗਈ ਹੋਵੇਗੀ। ਹੁਣ ਤੁਸੀਂ ਪਾਠ ਪੁਸਤਕ ਦੇ ਵਿੱਚੋਂ ਇਸ ਨਾਲ ਸੰਬੰਧਿਤ ਪ੍ਰਸ਼ਨ ਪੜ੍ਹ ਸਕਦੇ ਹੋ, ਕਰ ਸਕਦੇ ਹੋ। ਆਪ ਸਾਰਿਆਂ ਦਾ ਸਮਾਂ ਦੇਣ ਦੇ ਲਈ ਬਹੁਤ ਧੰਨਵਾਦ। ਸ਼ੁਕਰੀਆ।